Hey everybody, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। I hope ਤੁਸੀਂ ਠੀਕ ਹੋਵੋਗੇ, ਤੰਦਰੁਸਤ ਹੋਵੋਗੇ। This is the channel The English Family and my name is Ekam and ਅੱਜ ਅਸੀਂ ਇਸ ਵੀਡੀਓ ਵਿੱਚ ਸਮਰੀ ਕੰਪਲੀਸ਼ਨ ਦੇ ਕੁਐਸਚਨਸ ਨੂੰ ਸਮਝਾਂਗੇ। ਬਟ ਬਿਫੋਰ ਆਈ ਡੂ ਐਂਡ ਇਸ ਚੀਜ਼ ਨੂੰ ਅਸੀਂ ਸ਼ੁਰੂ ਕਰੀਏ, ਪਲੀਜ਼ ਇਸ ਪਲੇਲਿਸਟ ਦੀਆਂ ਜਿਹੜੀਆਂ ਪਹਿਲਾਂ ਵੀਡੀਓਜ਼ ਬਣੀਆਂ ਹੋਈਆਂ ਨੇ ਜਿਹਦੇ ਵਿੱਚ ਇਹ ਡਿਸਕਸ ਹੋਇਆ ਆ ਕਿ ਆਇਲਸ ਦਾ ਫਾਰਮੈਟ ਕੀ ਹੁੰਦਾ ਆ, ਵਾਟ ਇਜ਼ ਦਾ ਫਾਰਮੈਟ ਆਫ ਦਾ ਰੀਡਿੰਗ ਮੋਡਿਊਲ, ਕਿੱਦਾਂ ਦੇ ਕੁਐਸਚਨਸ ਆਉਂਦੇ ਨੇ, ਵਾਟ ਆਰ ਦਾ ਟਿਪਸ ਫॉर ਦੋਜ਼ ਮੋਡਿਊਲਸ ਜਿੰਨੇ ਵੀ ਡਿਸਕਸ ਹੋਏ ਨੇ। ਸੋ ਪਲੀਜ਼ ਪਹਿਲਾਂ ਇਹਨੂੰ ਇੱਥੇ ਹੀ ਪੌਜ਼ ਕਰਕੇ ਉਹ ਵੀਡੀਓ ਸੁਣ ਲਓ, ਜਸਟ ਬਿਕੋਜ਼ ਉਹ ਸੁਣੋਗੇ ਤਾਂ ਹੀ ਆ ਵੀਡੀਓ ਸਮਝ ਆਏਗੀ। ठीक है, सो प्लीज़ पहला इस चीज़ ਨੂੰ ਆਪਾਂ ਧਿਆਨ ਨਾਲ ਸਮਝਦੇ ਹਾਂ ਐਂਡ ਉਸ ਤੋਂ ਬਾਅਦ ਇਸ ਚੀਜ਼ ਨੂੰ ਅੱਗੇ ਕਿੱਦਾਂ ਪੁੱਟ ਫਾਰਵਰਡ ਕਰਨਾ, ਵਿਲ ਬੀ ਆਲਸੋ ਡੂਇੰਗ ਦੈਟ। ਆਲ ਰਾਈਟ, ਸੋ ਜਿਹੜਾ ਮੋਡਿਊਲ ਹੈ ਤੁਹਾਡਾ ਰੀਡਿੰਗ, ਉਹਦੇ ਵਿੱਚ ਜਿਹੜੇ ਬਹੁਤ ਇੰਪੋਰਟੈਂਟ ਕੁਐਸਚਨ ਹੁੰਦੇ ਆ, ਦੈਟ ਇਜ਼ ਕਾਲਡ ਦ ਸਮਰੀ ਕੰਪਲੀਸ਼ਨ ਕੁਐਸਚਨ। ਠੀਕ ਹੈ, ਸੋ ਜਸਟ ਇਸ ਚੀਜ਼ ਨੂੰ ਸਮਝੋ ਕਿ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੁੰਦੇ ਨੇ। ਅੱਛਾ, ਇਸ ਚੀਜ਼ ਨੂੰ ਥੋੜਾ ਜਿਹਾ ਟੈਕਨੀਕਲੀ ਚੱਲਦੇ ਆ। ਜਦੋਂ ਵੀ ਕਦੀ ਕੋਈ ਪੈਸੇਜ ਆਵੇ ਜਿਸ ਵਿੱਚ देयर इज अ ਸਮਰੀ, ठीक है, देयर आर ट्रू फॉल्स, देयर आर अदर क्वेश्चंस, हमेशा पहला ਸਮਰੀ ਨੂੰ ਸੋਲਵ ਕਰਨਾ ਆ। ठीक है, इस चीज़ ਨੂੰ प्लीज़ ध्यान ਦੇ ਨਾਲ ਸਮਝੋ। वाई आई एम सेइंग दिस, जस्ट बिकॉज कि ਜਿਹੜੀ ਸਮਰੀ ਹੁੰਦੀ ਆ ਉਹ ਇੱਕ ਤਰ੍ਹਾਂ ਪੈਸੇਜ ਦਾ ਇੱਕ ਸਾਰ ਹੁੰਦਾ ਆ, दैट इज द क्रक्स ऑफ द पैसेज। सो पैसेज ਨੂੰ ਪੜਨ ਤੋਂ ਪਹਿਲਾਂ ਵੀ ਜਦੋਂ ਕੁਐਸਚਨਸ ਦੀ ਰੀਡਿੰਗ ਕਰਨੀ ਹੈ ਉਸ ਤੋਂ ਪਹਿਲਾਂ ਸਮਰੀ ਨੂੰ ਹੀ ਕਰਨਾ ਆ, ਸਮਰੀ ਨੂੰ ਸੋਲਵ ਵੀ ਕਰਨਾ ਆ, ਸਮਰੀ ਨੂੰ ਪਹਿਲਾਂ ਪੜ੍ਹਨਾ ਵੀ ਆ। ਸਮਰੀ ਨੂੰ ਪੜੋਗੇ ਫਿਰ ਉਸ ਤੋਂ ਬਾਅਦ ਪੈਸੇਜ ਵਿੱਚ ਜਦੋਂ ਕੀਵਰਡ ਲੱਭੋਗੇ ਇਟ ਵਿਲ ਬੀ ਵੈਰੀ ਈਜ਼ੀ ਫॉर ਯੂ। ਠੀਕ ਹੈ, ਅੱਛਾ, ਵੀਡੀਓ ਨੂੰ ਹੁਣ ਥੋੜਾ ਜਿਹਾ ਟੈਕਨੀਕਲੀ ਸਟਾਰਟ ਕਰਦੇ ਆ। ਉਹ ਇਹ ਹੈ ਕਿ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਵਾਟ ਇਜ਼ ਐਕਚੁਅਲੀ ਸਮਰੀ ਕੰਪਲੀਸ਼ਨ ਕੁਐਸਚਨ, ਇਹ ਹੁੰਦੇ ਕੀ ਆ। ਠੀਕ ਹੈ, ਸੈਕਿੰਡ ਆਪਾਂ ਦੇਖਾਂਗੇ ਡਿਫਰੈਂਟ ਟਾਈਪਸ ਆਫ ਸਮਰੀ ਕੁਐਸਚਨ ਕਿ ਇਹਨਾਂ ਦੀ ਕਿੰਨੀਆਂ ਟਾਈਪਸ ਹੁੰਦੀਆਂ ਨੇ। ਠੀਕ ਹੈ, ਨਾਓ ਵਾਟ ਦੇ ਆਰ ਐਕਸਪੈਕਟਿੰਗ ਫਰੋਮ ਦਾ ਸਟੂਡੈਂਟ, ਇਹ ਸਮਝਾਂਗੇ। ਕੁਛ ਇਹਦੀਆਂ ਐਗਜ਼ਾਮਪਲਸ ਨੂੰ ਦੇਖਾਂਗੇ। ਠੀਕ ਹੈ, ਐਂਡ ਇਹਦੀਆਂ ਐਗਜ਼ੈਕਟ ਕਾਮਨ ਪ੍ਰੋਬਲਮਸ ਕੀ ਆਉਂਦੀਆਂ ਨੇ ਜਦੋਂ ਇੱਕ ਬੱਚਾ ਕੋਈ ਵੀ ਸਮਰੀ ਸੋਲਵ ਕਰਦਾ, ਉਹਨੂੰ ਪ੍ਰੋਬਲਮਸ ਮੇਨ ਕੀ ਆਉਂਦੀਆਂ। ਦੈਨ ਇਹਦੀ ਐਂਡ ਵਿੱਚ ਦੇਖਾਂਗੇ ਵਾਟ ਇਜ਼ ਦ ਸਟ੍ਰੈਟਜੀ ਕਿ ਸਮਰੀ ਦੀ ਜਿਹੜੀ ਸੋਲਵ ਕਰਨੀ ਹੈ, ਸਮਰੀ ਨੂੰ ਜਦੋਂ ਕਿਸੇ ਪੇਪਰ ਸੋਲਵ ਕਰਨਾ ਆ ਉਹਦੀ ਐਗਜ਼ੈਕਟ ਸਟ੍ਰੈਟਜੀ ਕੀ ਹੈ, ਵਿਲ ਬੀ ਲੁਕਿੰਗ ਐਟ ਦੈਟ। ਅੱਛਾ, ਐਂਡ ਵਿੱਚ ਦ ਮੋਸਟ ਇੰਪੋਰਟੈਂਟ ਕੀਵਰਡ ਕਿੱਦਾਂ ਯੂਜ਼ ਕਰਨੇ ਆ, ਹਾਊ ਟੂ ਫਾਈਂਡ them ਐਂਡ ਯੂਜ਼ them। ਸੋ ਇਸ ਚੀਜ਼ ਨੂੰ ਮੈਂ ਡਿਫਾਈਨ ਵੀ ਕਰੂੰਗਾ। ਆਈ ਵਿਲ ਬੀ ਮੇਕਿੰਗ ਅਨਦਰ ਵੀਡੀਓ ਟਿਪਿਕਲੀ ਫॉर द कीवर्ड्स, ਬਟ ਇੱਥੇ ਥੋੜਾ ਜਿਹਾ ਵਿਲ ਬੀ ਜਸਟ ਐਡਿੰਗ ਇਟ ਐਂਡ ਇਹਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਅੱਛਾ, let's start with the second part। ਹੁਣ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਸਮਰੀ ਬੇਸਿਕਲੀ ਹੁੰਦੀ ਕੀ ਆ। ਨਾਓ ਜਿਹੜਾ ਸਮਰੀ ਕੰਪਲੀਸ਼ਨ ਦਾ ਇੱਕ ਜਿਹੜਾ ਕੁਐਸਚਨ ਹੁੰਦਾ ਨਾ, ਇਹ ਦੇ ਆਫਨ ਅਪੀਅਰ ਇਨ ਦਾ ਅਕੈਡਮਿਕ ਪਾਰਟ। ਜਰਨਲ ਵਿੱਚ ਵੀ ਆਉਂਦੇ ਆ ਬਟ ਅਕੈਡਮਿਕ ਵਿੱਚ ਉਹ ਜ਼ਿਆਦਾ ਆਉਂਦੇ ਆ। ਠੀਕ ਹੈ, ਸੋ ਇੱਕ ਚੀਜ਼ ਤੇ ਧਿਆਨ ਰੱਖਣੀ ਆ। ਅੱਛਾ, ਇਹ ਕਰਦੇ ਕੀ ਆ, ਦੇ ਬੇਸਿਕਲੀ ਅਸੈਸ ਯੂਰ ਐਬਿਲਿਟੀ ਟੂ ਅੰਡਰਸਟੈਂਡ ਦ ਡਿਟੇਲਸ ਵਿਦ ਇਨ ਦਾ ਟੈਕਸਟ। ਇੱਕ ਹੁੰਦਾ ਟੈਕਸਟ ਨੂੰ ਉੱਤੋਂ ਸਮਝਣਾ, ਇੱਕ ਹੁੰਦਾ ਉਹਦੀਆਂ ਡਿਟੇਲਸ ਨੂੰ ਸਮਝਣਾ ਕਿ ਇੱਕ ਰਾਈਟਰ ਨੇ, ਇੱਕ ਜਿਹੜਾ ਆਥਰ ਹੈ, ਉਹਨੇ ਇਹ ਪੈਸੇਜ ਕਿਉਂ ਲਿਖਿਆ, ਵਾਟ ਇਜ਼ ਦ ਮੇਨ ਮੋਟਿਵ ਬਿਹਾਈਂਡ ਇਟ, ਐਂਡ ਉਹ ਤੋਂ ਬਾਅਦ ਉਹਦਾ ਇੱਕ ਆਇਡੈਂਟੀਫਾਈ ਕਰਨਾ ਕਿ ਵਾਟ ਇਜ਼ ਦ ਮੇਨ ਆਈਡੀਆ ਬਿਹਾਈਂਡ ਇਟ। ਠੀਕ ਹੈ, ਸੋ ਇਹ ਇੱਕ ਤਰ੍ਹਾਂ ਕਹਿ ਲਓ ਕਿ ਸਮਰੀ ਦੇ ਕੁਐਸਚਨ ਵਿੱਚ ਇੱਕ ਐਨਾਲਾਈਜ਼ ਕੀਤਾ ਜਾਂਦਾ ਹੈ ਬੱਚੇ ਦੇ ਦਿਮਾਗ ਦੇ ਵਿੱਚ। ਅੱਛਾ, ਹੋਊਗਾ ਕਿ ਇਦਾਂ ਦੇ ਕੁਐਸਚਨ ਦੇ ਵਿੱਚ ਇਨ ਥੀਸ ਕਾਈਂਡ ਆਫ ਕੁਐਸਚਨਸ ਦੇ ਵਿਲ ਬੀ ਗਿਵਿੰਗ ਯੂ ਇਨਕੰਪਲੀਟ ਸਮਰੀ। ਤੁਹਾਨੂੰ ਇੱਕ ਇਨਕੰਪਲੀਟ ਨਾ ਇੱਕ ਪੈਰਾਗ੍ਰਾਫ ਦੇ ਦੇਣਗੇ ਵਿਚ ਵਿਲ ਬੀ ਸਮਰਾਈਜ਼ਿੰਗ ਦਾ ਹੋਲ ਆਫ ਦਾ ਪੈਸੇਜ। ਸੋ ਉਹ ਪੈਰਾਗ੍ਰਾਫ ਨੂੰ ਪੜ੍ਹ ਕੇ ਤੁਸੀਂ ਉਹ ਜਿਹੜੇ ਇਨਕੰਪਲੀਟ ਹੈ, ਜਿਹਦੇ ਵਿੱਚ ਬਲੈਂਕਸ ਹੁੰਦੇ ਨੇ, ਉਹਨਾਂ ਨੂੰ ਸੋਲਵ ਕਰਨਾ ਵਿਦ ਦਾ ਮਿਸਿੰਗ ਵਰਡਸ। ਨਾ ਮਾਈਂਡ ਯੂ ਇਹਦੇ ਵਿੱਚ ਨਾ ਥੋੜੀ ਜਿਹੀ ਹੁਣ ਥੋੜਾ ਜਿਹਾ ਇੱਥੇ ਆ ਕੇ ਡਿਫਰੈਂਸ਼ੀਏਟ ਹੁੰਦਾ। ਉਹ ਇਹ ਹੈ ਕਿ ਮਿਸਿੰਗ ਵਰਡਸ ਉਹਨਾਂ ਨੇ ਕਹਤੇ। ਹੁਣ ਕਈ ਵਾਰੀ ਸਮਰੀ ਦੇ ਉੱਤੇ ਲਿਖਿਆ ਹੁੰਦਾ ਫਿਲਿੰਗ ਦਾ ਬਲੈਂਕਸ ਫਰੋਮ ਦਾ ਪੈਸੇਜ। Now that means ਕਿ ਜਿਹੜੇ ਤੁਸੀਂ ਮਿਸਿੰਗ ਵਰਡਸ ਨੇ ਉਹ ਤੁਹਾਨੂੰ ਐਗਜ਼ੈਕਟ ਇਨ ਬਿਨ ਪੈਸੇਜ ਦੇ ਵਿੱਚ ਮਿਲਣਗੇ। ਕਹਿਣ ਦਾ ਮੋਟਿਵ ਕਿ ਦੇ ਵਿਲ ਬੀ ਜਸਟ ਪੈਰਾਫਰੇਜ਼ਿੰਗ ਐਵਰੀਥਿੰਗ, ਬਟ ਕਦੀ ਵੀ ਉਹ ਆਨਸਰ ਜਿਹੜਾ ਹੈ, ਫॉर एग्जांपल ਇਫ ਦ ਆਨਸਰ ਇਜ਼ ਡਾਇਨਾਸੌਰ, ਤੇ ਉਹ ਡਾਇਨਾਸੌਰ ਹੀ ਰਹੇਗਾ। ਇਫ ਦ ਆਨਸਰ ਇਜ਼ ਇੰਡੀਆ ਦੈਨ ਇਟ ਵਿਲ ਰਿਮੇਨ ਇੰਡੀਆ, ਦੇ ਵਿਲ ਨਾਟ ਪੈਰਾਫਰੇਜ਼ ਇਟ। ਅੱਛਾ, ਇਹਨੂੰ ਥੋੜਾ ਜਿਹਾ ਹੋਰ ਧਿਆਨ ਦੇ ਨਾਲ ਸਮਝੋ। what are the different kinds of summary questions? ਜਿਹੜੇ ਮੈਂ ਤੁਹਾਨੂੰ ਗੱਲ ਕਹੀ ਹੈ, ਮਿਸਿੰਗ ਜਿਹੜੇ ਵਰਡਸ ਨੇ
ਉਹ ਕਿੱਥੋਂ ਫਾਈਂਡ ਆਊਟ ਕਰਨੇ ਨੇ, ਆਈਦਰ ਫਰੋਮ ਦ ਪੈਸੇਜ ਔਰ ਨਾਟ ਫਰੋਮ ਦ ਪੈਸੇਜ। ਇਹ ਡਿਫਾਈਨ ਕਰਦਾ ਹੈ ਕਿ ਸਮਰੀ ਕਿੰਨੇ ਟਾਈਪਸ ਦੀ ਹੁੰਦੀ ਹੈ। ਅੱਛਾ, ਇਸ ਚੀਜ਼ ਨੂੰ ਥੋੜਾ ਅੱਗੇ ਸਮਝਦੇ ਹਾਂ। ਸਮਰੀ ਐਕਚੁਅਲੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਸਮਰੀ ਹੁੰਦੀ ਹੈ ਜਿਹਦੇ ਵਿੱਚ ਯੂ ਆਰ ਸਪੋਜ਼ ਟੂ ਫਾਈਂਡ ਦ ਆਨਸਰਸ ਔਰ ਮਾਰਕ ਦ ਆਨਸਰਸ ਫਰੋਮ ਅ ਬਾਕਸ ਲਾਈਕ ਦਿਸ। ਜਿਵੇਂ ਆਹ ਦੇਖੋ, ਇਹਨੂੰ ਬੇਸਿਕਲੀ ਡੱਬੇ ਵਾਲੀ ਸਮਰੀ ਕਹਿੰਦੇ ਆ, ਡੱਬੇ ਵਾਲੀ। ਇਹਦੇ ਵਿੱਚ ਕੀ ਆ ਕਿ ਤੁਸੀਂ ਜਿਹੜੇ ਮਿਸਿੰਗ ਵਰਡਸ ਨੇ, ਜਿਹੜੇ ਆ ਜਿਵੇਂ ਫॉर ਐਗਜ਼ਾਮਪਲ ਆ ਦੇਖੋ ਬਲੈਂਕ 1 ਬਲੈਂਕ 2 ਬਲੈਂਕ 3 ਬਲੈਂਕ 4, ਠੀਕ ਹੈ, ਇਦਾਂ ਨੇ। ਤੁਸੀਂ ਇਹਨਾਂ ਵਿੱਚ ਜਿਹੜੇ ਆਨਸਰਸ ਹੈ ਉਹ ਇਹਨਾਂ ਡੱਬਿਆਂ ਦੇ ਵਿੱਚੋਂ ਦੇਖ ਕੇ ਲਾਉਣੇ ਆ, ਠੀਕ ਹੈ। ਸੋ ਦਿਸ ਇਜ਼ ਦ ਵਨ ਪਾਰਟ ਆਫ ਸਮਰੀ। ਇੱਕ ਤਰ੍ਹਾਂ ਦਾ ਇਦਾਂ ਦੀ ਸਮਰੀ ਹੁੰਦੀ ਹੈ, ਇੱਕ ਟਾਈਪ। ਸੈਕੰਡ ਟਾਈਪ ਹੁੰਦੀ ਆ ਵੇਅਰ ਯੂ ਆਰ ਸਪੋਜ਼ ਟੂ ਮਾਰਕ ਦ ਵਰਡਸ ਫਰੋਮ ਦ ਪੈਸੇਜ। ਇਹਦੇ 'ਚ ਲਿਖਿਆ ਵੀ ਹੈ ਚੂਜ਼ ਨਾਟ ਮੋਰ ਦੈਨ 2 words from the passage for each answer। ਕਹਿਣ ਦਾ ਮੋਟਿਵ ਕਿ ਇਹਦੇ ਵਿੱਚ ਤੁਹਾਨੂੰ ਕੋਈ ਵੀ ਡੱਬਾ ਨਹੀਂ ਦਿੱਤਾ ਉਹਨਾਂ ਨੇ, ਕੋਈ ਵੀ ਬਾਕਸ ਨਹੀਂ ਹੈ ਜਿਹਦੇ ਵਿੱਚ ਆਨਸਰਸ ਦੀ ਲਿਸਟ ਹੈ। ਤੁਸੀਂ ਆਨਸਰ ਜਿਹੜੇ ਉਹ ਪੈਸੇਜ ਦੇ ਵਿੱਚੋਂ ਲਿਖਣੇ ਆ। ਸੋ ਦੈਟ ਇਜ਼ ਦ ਮੇਨ ਪਾਰਟ, ਠੀਕ ਹੈ। ਅੱਛਾ, ਹੁਣ ਜਸਟ ਆਬਜ਼ਰਵ ਕਰੋ, ਜਿਹੜੀ ਚੀਜ਼ ਦੇਖਣ ਵਾਲੀ ਹੈ ਕਿ ਦੋਵਾਂ ਜਿਹੜੀਆਂ ਸਮਰੀਜ਼ ਨੇ ਉਹਨਾਂ ਵਿੱਚ ਦੇ ਹੈਵ ਗਿਵਨ ਅ ਹੈਡਿੰਗ the importance of language and ਇਹਦੇ ਵਿੱਚ ਲਿਖਿਆ the Montreal study, ਸੋ ਉਹਨਾਂ ਨੇ ਕੀਤਾ ਕੀ ਆ, ਉਹਨਾਂ ਨੇ ਤੁਹਾਡੀ ਜਿਹੜੀ ਸਮਰੀ ਆ ਉਹਨੂੰ ਇੱਕ ਹੈਡਿੰਗ ਦਿੱਤੀ ਆ, ਠੀਕ ਹੈ। ਹੁਣ ਇੱਥੋਂ ਤੁਹਾਨੂੰ ਥੋੜਾ ਜਿਹਾ, ਬਿਕੋਜ਼ ਯੂ ਹੈਵਨਟ ਰੈਡ ਦਾ ਪੈਸੇਜ ਤੇ ਪੜਿਆ ਨਹੀਂ, ਪੈਸੇਜ ਨੂੰ ਕਦੀ ਵੀ ਪਹਿਲਾਂ ਜਾਂਦੇ ਸਾਰ ਨਹੀਂ ਪੜੀਦਾ, ਪਹਿਲਾਂ ਕੁਐਸਚਨਸ ਪੜ੍ਹਦੇ ਆ। ਦੈਟ ਇਜ਼ ਵਾਟ ਹੈਜ਼ ਬੀਨ ਐਡਵਾਈਜ਼ਡ ਬਾਈ ਐਵਰੀਥਿੰਗ, ਠੀਕ ਹੈ, ਜਾਂ ਐਵਰੀਬਡੀ, ਭਾਵੇਂ ਉਹ ਬ੍ਰਿਟਿਸ਼ ਕਾਉਂਸਲ ਹੈ ਚਾਹੇ ਕੈਂਬਰਿਜ ਹੈ, ਦੇ ਜਸਟ ਸੇ ਕਿ ਜਾਂਦੇ ਪਹਿਲਾਂ ਕੁਐਸਚਨਸ ਨੂੰ ਪੜੋ ਸੋ ਦੈਟ ਯੂ ਕੈਨ ਈਜ਼ੀਲੀ ਅੰਡਰਸਟੈਂਡ ਕਿ what is the important part in the passage। ਸੋ ਸਮਰੀ ਵਿੱਚ ਵੀ ਇਹੀ ਹੈ। ਇਫ ਦੇ ਹੈਵ ਗਿਵਨ ਦਾ ਹੈਡਿੰਗ ਟੂ ਅ ਸਮਰੀ, ਦੈਟ ਮੀਨਸ ਕਿ ਉਹਨਾਂ ਨੇ ਇਹਨੂੰ ਥੋੜਾ ਜਿਹਾ ਇੰਪੋਰਟੈਂਟ ਡਿਕਲੇਅਰ ਕੀਤਾ। ਸੋ ਪਹਿਲਾਂ ਤਾਂ ਉਹਦੀ ਜਿਹੜੀ ਹੈਗੀ ਹੈਡਿੰਗ ਪੜੋ, ਇਟ ਵਿਲ ਗਿਵ ਯੂ ਜਸਟ ਕਿ what it is all about, ਠੀਕ ਹੈ। ਅੱਛਾ, ਨਾਓ ਇਹਦੇ ਵਿੱਚ ਧਿਆਨ ਦਿਓ, ਪਹਿਲੀ ਵਿੱਚ ਤੁਸੀਂ ਆਨਸਰ ਲਾਉਣੇ ਸੀਗੇ ਡੱਬੇ ਤੋਂ, ਦੂਜੇ ਵਿੱਚ ਆਨਸਰ ਲਾਉਣੇ ਫਰੋਮ ਦਾ ਪੈਸੇਜ, ਠੀਕ ਹੈ। ਇਹ ਦੋ ਤਰ੍ਹਾਂ ਦੀ ਸਮਰੀ ਹੁੰਦੀ ਹੈ। ਅੱਛਾ, ਇਸ ਤੋਂ ਬਾਅਦ what they are expecting from the students, very important। ਤੁਹਾਡੇ ਤੋਂ ਕੁਝ ਇਦਾਂ ਦੀ ਐਕਸਪੈਕਟੇਸ਼ਨ ਨਹੀਂ ਹੈ ਕਿ ਜਿੱਥੇ ਤੁਹਾਡੀ ਇੰਗਲਿਸ਼ ਚੈੱਕ ਹੁੰਦੀ ਹੈ, ਫॉर ਐਗਜ਼ਾਮਪਲ ਕੋਈ ਸ਼ੇਕਸਪੀਰੀਅਨ ਥਿੰਗ ਲਿਖਣੀ ਹੋਵੇ, ਬਟ ਜਸਟ ਦੇ ਆਰ they are just analyzing your ability to understand the details। अच्छा, your job is to insert some of the words from the list into the gap, ठीक है जी, और ask to fill the gaps from the text। वही जड़ी गल आप उत्ते कीती है, there will be more words in the list and then required to fill the gaps। Mind you, हमेशा ਜਿਹੜੇ ਆਹ ਵਾਲੀ ਸਮਰੀ ਹੈ ਨਾ, ਡੱਬੇ ਵਾਲੀ ਸਮਰੀ, ਇਹਦੇ ਵਿੱਚ ਜਿਹੜੇ ਹੁਣ ਫॉर ਐਗਜ਼ਾਮਪਲ ਕਿੰਨੀਆਂ ਬਲੈਂਕਸ ਨੇ 1 2 3 4, ਪਰ ਜਿਹੜੇ ਆਨਸਰਸ ਉਹਨਾਂ ਨੇ ਲਿਸਟ ਦਿੱਤੀ ਹੋਈ ਆ ਉਹਦੇ ਵਿੱਚ ਹੈਗੇ ਨੇ 7। ਇਹਦਾ ਮਤਲਬ 3 ਆਨਸਰ ਗਲਤ ਨੇ। ਸੋ ਇਹਦੇ ਵਿੱਚ ਹਮੇਸ਼ਾ ਜ਼ਿਆਦਾ ਹੁੰਦੇ ਨੇ। ਅੱਛਾ, ਸੈਕੰਡ ਜਿਹੜੀ ਚੀਜ਼ ਉਹਨਾਂ ਨੇ ਸਾਡੇ ਤੋਂ ਐਕਸਪੈਕਟੇਸ਼ਨ ਰੱਖੀ ਹੈ ਉਹ ਇਹ ਹੈ ਕਿ ਆਲ ਆਫ ਦ ਇਨਫੋਰਮੇਸ਼ਨ ਕੰਟੇਨਡ ਇਨ ਦ ਸਮਰੀ ਵਿਲ ਬੀ ਕੰਟੇਨਡ ਇਨ ਦ ਰੀਡਿੰਗ ਟੈਕਸਟ। ਇਹ ਗੱਲ ਸਹੀ ਹੈ, ਇਹ ਗੱਲ ਉਹਨਾਂ ਨੇ ਨੋਟ ਦੇ ਵਿੱਚ ਪਾਈ ਹੈ, ਠੀਕ ਹੈ। ਨਾਓ ਦੇ ਵਿਲ ਬੀ ਯੂਜ਼ਿੰਗ ਸਿਨੋਨਿਮਸ ਐਂਡ ਪੈਰਾਫ੍ਰੇਸਿੰਗ, ਠੀਕ ਹੈ। ਸੋ ਡੋਂਟ ਐਕਸਪੈਕਟ ਕਿ ਤੁਹਾਨੂੰ ਜਿਹੜਾ ਜੋ ਕੁਐਸਚਨ ਹੈਗਾ, ਜੋ ਸਮਰੀ ਦੀ ਜੋ ਵਰਡਿੰਗ ਹੈ ਉਹ ਤੁਹਾਨੂੰ ਐਗਜ਼ੈਕਟ ਲੱਭੇਗੀ, ਤੁਹਾਨੂੰ ਆਨਸਰ ਐਗਜ਼ੈਕਟ ਲੱਭੇਗਾ ਇਫ ਦ ਆਨਸਰ ਇਜ਼ ਸਪੋਜ਼ ਟੂ ਬੀ ਫਾਊਂਡ ਫਰੋਮ ਦ ਪੈਸੇਜ, ਬਟ ਯੂ ਵਿਲ ਨਾਟ ਬੀ ਏਬਲ ਟੂ ਫਾਈਂਡ ਐਗਜ਼ੈਕਟ ਕੋਈ ਵਰਡਿੰਗ ਤੁਹਾਨੂੰ ਜਾਂ ਕੋਈ ਤੁਹਾਨੂੰ ਸੈਂਟੈਂਸ ਲੱਭ ਜਾਏਗਾ, ਠੀਕ ਹੈ। ਅੱਛਾ, ਫਿਰ ਸੋਲਵ ਕਿੱਦਾਂ ਕਰਨਾ ਇਹਨੂੰ ਵੀ ਆਪਾਂ ਅੱਗੇ ਡਿਸਕਸ ਕਰਾਂਗੇ, ਬਟ ਇਸ ਚੀਜ਼ ਨੂੰ ਥੋੜਾ ਜਿਹਾ ਇੱਥੇ ਧਿਆਨ ਨਾਲ ਸਮਝੋ। ਅੱਛਾ, ਇਸ ਤੋਂ ਬਾਅਦ ਹੁਣ ਇਹਦੀ ਇੱਕ ਐਗਜ਼ਾਮਪਲ, ਵੈਸੇ ਤਾਂ ਆਪਾਂ ਦੋ ਐਗਜ਼ਾਮਪਲਸ ਉੱਤੇ ਦੇਖ ਚੁੱਕੇ ਹਾਂ, ਇੱਕ ਆ ਐਗਜ਼ਾਮਪਲ ਇੱਕ ਹੋਰ ਹੈਗੀ ਆ। ਇਹਦੇ ਵਿੱਚ ਵੀ ਲਿਖਿਆ ਆ ਕੰਪਲੀਟ ਦ ਸਮਰੀ ਨਾਟ ਮੋਰ ਦੈਨ 2 words, ਠੀਕ ਹੈ, ਫਰੋਮ ਦ ਪੈਸੇਜ ਹੈ, ਐਂਡ ਦੇ ਹੈਵ ਰਿਟਨ plain English as the heading of the passage, sorry summary। ਅੱਛਾ, ਇਹਦੇ ਵਿੱਚ ਹੁਣ ਕਰਨਾ ਕੀ ਹੈ, ਜਦੋਂ ਵੀ ਕਦੀ ਕੁਝ ਇਦਾਂ ਦਾ ਤੁਸੀਂ ਸਮਰੀ ਤੁਹਾਡੇ ਸਾਹਮਣੇ ਆਵੇ ਨਾ, ਹਮੇਸ਼ਾ ਤੁਸੀਂ ਨਾ ਕੀਵਰਡਸ ਦਾ ਯੂਜ਼ ਕਰਨਾ। ਹੁਣ ਕੀਵਰਡਸ ਹੁੰਦੇ ਕੀ ਆ? ਕੀਵਰਡਸ ਬੇਸਿਕਲੀ ਉਹ ਵਰਡਸ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਵੀ ਨਾ ਤਾਂ ਪੈਰਾਫਰੇਜ਼ ਕਰ ਸਕਦਾ ਤੇ ਨਾ ਉਹਦਾ ਸਿਨੋਨਿਮ ਲਿਖ ਸਕਦਾ। ਫॉर ਐਗਜ਼ਾਮਪਲ, ਹੁਣ ਸਾਡੇ ਕੋਲ ਆ ਇੱਕ ਬਲੈਂਕ ਹੈ, ਬਲੈਂਕ ਨੰਬਰ 1,
ਉਹਦੇ ਵਿੱਚ ਕੀ ਆ ਕਿ ਉਹਦੇ ਵਿੱਚ ਪਹਿਲਾ ਕੀਵਰਡ ਆਉਂਦਾ ਆ ਕੰਜ਼ਿਊਮਰਸ। ਸੋ ਦੈਟ ਇਜ਼ ਦ ਵੈਰੀ ਗੁੱਡ ਕੀਵਰਡ। ਤੁਹਾਡੀ ਜਿਹੜੀ ਬਲੈਂਕ 1 ਹੈ, ਠੀਕ ਹੈ, ਉਹਦੇ ਲਾਗੇ ਤਾਗੇ ਕਿਤੇ ਵਰਡ ਕੰਜ਼ਿਊਮਰਸ ਲਿਖਿਆ ਹੋਏਗਾ। ਸੋ ਦੈਟ ਇਜ਼ ਦ ਫਸਟ ਕੀਵਰਡ। ਸੈਕੰਡ ਕੀਵਰਡ, ਹੁਣ ਸੈਕੰਡ ਬਲੈਂਕ ਹੈਗੀ ਤੁਹਾਡੀ ਆਹ ਨੰਬਰ 2। ਉਹਦੇ ਵਿੱਚ ਕੀ ਲਿਖਿਆ ਉਹਨਾਂ ਨੇ, ਦੇਖੋ ਧਿਆਨ ਨਾਲ ਪੜੋ। when they try to put together to do it yourself products, you have not been tested by companies. Now second is your keyword, that is your companies या do it yourself products. so ਆਪਣੇ ਕੋਲ ਲੈ ਦੇ ਕੇ 3 ਕੀਵਰਡ ਹੋ ਗਏ। ਇੱਕ ਇਹਦੇ ਵਿੱਚ ਥੋੜਾ ਜਿਹਾ ਤੁਹਾਨੂੰ ਇੱਕ ਥੋੜਾ ਹੋਰ ਐਡ ਆਨ ਕਰਦਾ, ਇੱਕ ਤੁਹਾਨੂੰ ਥੋੜਾ ਜਿਹਾ ਹੋਰ ਇੱਕ ਅਪਲਿਫਟ ਕਰਦਾ। ਬਲੈਂਕ ਦੇ ਮੋਰੇ ਉਹਨਾਂ ਨੇ ਏ ਲਿਖਿਆ, ठीक है। सो एक चीज समझो बच्चों कि अगर किसी ब्लैंक दे मोरे ए एन दा लिखा होया, आर्टिकल्स यूज हुए ने, दे कैन नॉट पैराफ्रेज देम। ए नु हले सिंगल लिख सकते हैं, बट दे कैन नॉट पैराफ्रेज एन और दे कैन नॉट पैराफ्रेज दा। सो कहने का मोटिव की है कि जेड़ा आंसर है, जेड़ा वर्ड आंसर है सेकंड ब्लैंक का, ओदे मोरे या तो सिंगल लिखा होगा या ओदे मोरे अ लिखा होगा, ठीक है। एंड आर्टिकल्स लगते किहदे मोरे आ, ये लगते आ नाउन दे मोरे। दिस इज द मेन रीजन ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਗ੍ਰਾਮਰ ਇੰਪੋਰਟੈਂਟ ਹੈ ਆਇਲਸ ਦੇ ਵਿੱਚ। ਜਸਟ ਬਿਕੋਜ਼ ਅਗਰ ਤੁਹਾਨੂੰ ਆਇਲਸ ਦੇ ਵਿੱਚ ਗ੍ਰਾਮਰ ਤੁਸੀਂ ਪੜ੍ਹੀ ਹੋਏਗੀ, ਤੁਹਾਨੂੰ ਆ ਛੋਟੀਆਂ ਬਾਰੀਕੀਆਂ ਦਾ ਸਮਝ ਲੱਗ ਜਾਏਗਾ ਐਂਡ ਯੂ ਕੈਨ ਈਜ਼ੀਲੀ ਕੌਂਕਰ ਦਾ ਪੇਪਰ, ਠੀਕ ਹੈ। ਇਸ ਦੀ ਵੱਖਰੀ ਪਲੇਲਿਸਟ ਬਣਾਈ ਜਾਏਗੀ ਫॉर द ਗ੍ਰਾਮਰ ਪਾਰਟ, ਸੋ ਉਸ ਨੂੰ ਵੀ ਜਸਟ ਧਿਆਨ ਨਾਲ ਸੁਣ ਲਿਓ ਐਂਡ ਇਟ ਵਿਲ ਬੀ ਵੈਰੀ ਹੈਲਪਫੁਲ ਫॉर ਯੂ ਐਜ਼ ਵੈਲ। ਅੱਛਾ, ਥਰਡ ਬਲੈਂਕ ਦੇਖੋ, in situations where not keeping the correct procedures could affect safety issues, it is especially important that third blank information is not left out or no assumptions are made on a stage being self-evident on consumer having a certain amount of dash। ਹੁਣ ਇਹਦੇ ਵਿੱਚ ਥਰਡ ਬਲੈਂਕ ਤੋਂ ਪਹਿਲਾਂ ਜਿਹੜਾ ਹੈਗਾ ਆ ਕੀਵਰਡ that is your procedures, ਠੀਕ ਹੈ, that is your safety issues, ਠੀਕ ਹੈ। फोर्थ ब्लैंक तो पहला जिहड़ा हैगा दैट इज सेल्फ एविडेंट, ठीक है। सो इदां दे वर्ड्स चकने। अच्छा, बेस्ट जिहड़े कीवर्ड हैगे आ, हुण अगला देखो फिफ्थ ब्लैंक तो पहला वो हैगा कीवर्ड लॉयर्स। लॉयर्स इज अ वेरी गुड कीवर्ड्स बिकॉज लॉयर्स को पैराफ्रेज नहीं कर सकते। लॉयर्स हाउएवर हैव रेज्ड ऑब्जेक्शंस टू यूज प्लेन इंग्लिश। They feel that it would result in ambiguity in the documents and cause people to lose faith in dash, as it would mean departing language that has been used in the courts for a very long time। ਹੁਣ ਫਿਫਥ ਬਲੈਂਕ ਦਾ ਆਨਸਰ ਜਿਹੜਾ ਆ ਉਹਦੇ ਇੱਕ ਸਾਈਡ ਤੇ ਲਾਇਰਸ ਹੈ, ਇੱਕ ਸਾਈਡ ਤੇ ਐਂਡ ਵਿੱਚ ਜਿਵੇਂ ਕੋਰਟਸ ਲਿਖਿਆ ਕੋਰਟਸ ਨੇ। ਸੋ ਦੈਟ ਮੀਨਸ ਦੋਵਾਂ ਦੇ ਵਿਚਾਲੇ ਆਨਸਰ ਹੈ। ਅੱਛਾ, ਹੁਣ ਤੁਸੀਂ ਕਹੋਗੇ ਸਰ ਇਹ ਲੋਕੇਸ਼ਨ ਲੱਭੀਏ ਕਿੱਦਾਂ ਕਿ ਸਮਰੀ ਹੈ ਕਿੱਥੇ, ਤੁਸੀਂ ਕੀਵਰਡ ਤਾਂ ਦੱਸੇ। ਬੱਚਾ ਇਸ ਸਮਰੀ ਦੇ ਵਿੱਚ ਐਂਡ ਈਵਨ ਹਰ ਸਮਰੀ ਦੇ ਵਿੱਚ 2-3 ਐਸੇ ਕੀਵਰਡ ਹੁੰਦੇ ਆ ਜਿਹੜੇ ਕਿ ਤੁਹਾਨੂੰ ਐਗਜ਼ੈਕਟ ਪੈਟਰਨ ਐਂਡ ਤੁਹਾਨੂੰ ਐਗਜ਼ੈਕਟ ਸੈਕਸ਼ਨ ਦੱਸ ਦਿੰਦੇ ਆ ਪੈਸੇਜ ਦੇ ਵਿੱਚ। ਸੋ ਇਸ ਸਮਰੀ ਦੇ ਵਿੱਚ ਪਹਿਲਾ ਹੈਗਾ that is the consumers, second is your lawyers, third is your courts। ਜਿੱਥੇ 3 ਇਹ words chronologically ਆ ਗਏ, ਬਾਕੀ ਕੀਵਰਡ ਵੀ ਤੁਹਾਨੂੰ ਉੱਥੇ ਲੱਭ ਜਾਣਗੇ and you can easily solve it। This is the main idea ਜਾਂ this is the main style of solving the reading ਜਿਹਦੇ ਵਿੱਚ ਤੁਹਾਨੂੰ ਸਮਰੀ ਆਈ ਹੋਵੇ। ਸੋ ਸਮਰੀ ਨੂੰ ਇਸ ਢੰਗ ਦੇ ਨਾਲ ਅਪਰੋਚ ਕਰੋ, it will be very helpful for you। ਅੱਛਾ, next is ਹੁਣ ਇਹਦੀ ਕਾਮਨ ਪ੍ਰੋਬਲਮਸ ਕੀ ਆ। ਦਿਸ ਇਜ਼ ਵੈਰੀ ਇੰਪੋਰਟੈਂਟ, ਇਹ ਤਾਂ ਬਹੁਤ ਇੰਪੋਰਟੈਂਟ ਹੈ। ਅੱਛਾ, ਇਹਦੀਆਂ ਪ੍ਰੋਬਲਮਸ ਇਹ ਆ, ਜਸਟ ਧਿਆਨ ਨਾਲ ਦੇਖੋ that this question is not expecting ਕਿ ਤੁਹਾਨੂੰ ਡਿਟੇਲਡ ਅੰਡਰਸਟੈਂਡਿੰਗ ਹੋਵੇ, ਮਾਈਂਡ ਯੂ। ਇਹ ਤੁਹਾਡੇ ਤੋਂ ਐਕਸਪੈਕਟ ਨਹੀਂ ਕਰ ਰਿਹਾ ਕਿ ਤੁਹਾਨੂੰ ਡਿਟੇਲਡ ਅੰਡਰਸਟੈਂਡਿੰਗ ਹੋਵੇ, ਬਟ ਪ੍ਰੋਬਲਮ ਕਿੱਥੇ ਆਉਂਦੀ ਹੈ, ਬੱਚੇ ਕਰਦੇ ਕੀ ਆ, ਦੇ ਲੂਜ਼ ਲੋਟ ਆਫ ਟਾਈਮ ਅੰਡਰ ਰੀਡਿੰਗ ਐਂਡ ਅੰਡਰਸਟੈਂਡਿੰਗ ਦਾ ਹੋਲ ਟੈਕਸਟ, ठीक है। वो करते ही की आ, समरी एक साइड से रख के पूरा का पूरा पैसेज पढ़ना शुरू कर देंगे। हुण इट इज नॉट अ बुक जिहदे विच तुसीं कह लो कि बहुत इमोशनली चार्ज होके यू आर जस्ट रीडिंग इट विद अ कप ऑफ कॉफी, कुछ इदां दा तां है नहीं। सो उहदे नाल होऊगा की, सो एंड ऑफ द डे तुहानूं ये पता होवे कि तुसीं किहड़ा सैक्शन पढ़ना, यू कैन ईजीली सॉल्व इट, ठीक है। सो समझ लगी। हमेशा कीवर्ड्स लभ के समरी सॉल्व करो। ये नहीं कि समरी सॉल्व करने लई या किसी भी क्वेश्चन सॉल्व करने लई तुसीं पैसेज नूं एक टक वाड़ा धर के पढ़न लग पे। दैट इज अ वेरी रॉन्ग अप्रोच, तुहाडी रीडिंग दा टाइम मैनेज नहीं होएगा, ठीक है। तो इस ध्यान नाल इहनूं समझो।
अच्छा, यू डोंट नीड टू डू दिस, जो मैं तुहानू किया, फोकस मोर ऑन समरी इन द क्वेश्चन. Some students read the summary and then look for the exact same words in the summary, sorry, in the reading text, but ਤੁਹਾਨੂੰ ਲੱਭਣਾ ਨਹੀਂ. ਬੱਚੇ ਕੀ ਕਰਦੇ ਆ, ਜਿਵੇਂ ਹੁਣ ਮੈਂ ਤੁਹਾਨੂੰ ਕੁਝ ਕੀਵਰਡਸ ਦੱਸੇ, ਜਿਵੇਂ ਕੰਜ਼ਿਊਮਰਸ ਹੈ, ਲਾਇਰਸ ਹੈ, ਉਹ ਲੱਭ ਲਓ ਬਿਕੋਜ਼ ਦੇ ਕੈਨ ਨਾਟ ਪੈਰਾਫਰੇਜ਼ them, ਉਹ ਤਾਂ ਇੱਕ ਤਰ੍ਹਾਂ ਦੇ ਨਾਊਨ ਹੈ. ਬਟ ਬੱਚੇ ਕਰਦੇ ਕੀ ਹੈ, ਉਹ ਐਗਜ਼ੈਕਟ ਵਰਡਸ ਲੱਭਣ ਲੱਗ ਪੈਂਦੇ ਆ, ਐਗਜ਼ੈਕਟ ਪੈਰਾਗ੍ਰਾਫ ਲੱਭਣ ਲੱਗ ਪੈਂਦੇ ਆ. ਨਾਓ ਦੈਟ ਇਜ਼ ਨਾਟ ਪੋਸੀਬਲ, ਉਹ ਲੱਭੇਗਾ ਨਹੀਂ. ਠੀਕ ਹੈ, ਸੋ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਸਮਝੋ, ਦੈਟ ਯੂ ਆਰ ਨਾਟ ਸਪੋਜ਼ਡ ਟੂ ਫਾਈਂਡ ਦ ਐਗਜ਼ੈਕਟ ਵਰਡਸ. ਤੁਸੀਂ ਕੀਵਰਡਸ ਲੱਭਣੇ ਆ, ਉਹਨਾਂ ਨੂੰ ਧਿਆਨ ਨਾਲ ਸਮਝਦੇ ਹੋਏ ਉਸ ਪੂਰੀ ਲਾਈਨ ਨੂੰ ਸਮਝਣਾ ਜਿਹਦੇ ਵਿੱਚ ਕੀਵਰਡ ਹੈ, ਜਿਹੜਾ ਆਪਣਾ ਆਨਸਰ ਲਾਉਣਾ. ਠੀਕ ਹੈ. ਅੱਛਾ, ਉਸ ਤੋਂ ਬਾਅਦ ਆ ਦੇਖੋ, ਅ ਵੈਰੀ ਕਾਮਨ ਮਿਸਟੇਕ ਇਜ਼ ਟੂ ਇਗਨੋਰ ਦ ਗ੍ਰਾਮਰ ਰੂਲਸ. ਹੁਣ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਪਿੱਛੇ ਸਮਝਾਇਆ, ਥੋੜਾ ਬੈਕ ਕਰਕੇ ਦੇਖ ਸਕਦੇ ਹੋ ਕਿ ਸੈਕੰਡ ਬਲੈਂਕ ਜਿਹੜੀ ਸੀਗੀ ਆਹ ਵਾਲੀ, ਮੈਂ ਚਲੋ ਆਈ ਜਸਟ ਪੁੱਟ ਇਟ देयर ਐਸ ਵੈਲ, ਜਿਹੜੀ ਸੈਕੰਡ ਬਲੈਂਕ ਸੀ ਹੇਅਰ, ਆਹ ਵਾਲੀ ਦੇ ਸੈਕੰਡ ਬਲੈਂਕ, ਇਹਦੇ ਮੋਰੇ ਆ ਲਿਖਿਆ ਹੋਇਆ, ਯੂ نو. ਹੁਣ ਗ੍ਰਾਮੈਟਿਕਲੀ ਮੈਂ ਉਹੀ ਗੱਲ ਕਰ ਰਿਹਾ, ਗ੍ਰਾਮੈਟਿਕਲੀ ਇਫ ਯੂ ਆਰ ਵੈਲ ਅਵੇਅਰ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਦਾ ਆਨਸਰ ਕੀ ਆਏਗਾ. ਠੀਕ ਹੈ, ਕਿ ਇਹਦਾ ਆਨਸਰ ਕੋਈ ਨਾ ਕੋਈ ਨਾਉਨ ਹੀ ਹੈ. ਸੋ ਗ੍ਰਾਮੈਟਿਕਲ ਜਿਹੜੀ ਐਕੂਰੇਸੀ ਹੈ ਉਹਦਾ ਵੀ ਧਿਆਨ ਰੱਖੋ, ਬੱਚੇ ਨਹੀਂ ਰੱਖਦੇ. ਠੀਕ ਹੈ. if the sentence is not making any, you know, grammatically कोई सेंस नहीं बना रहा, ਇਹਦਾ मतलब ਤੁਹਾਡਾ आंसर गलत है. प्लीज मार्क दिस थिंग, इस चीज ਨੂੰ मार्क कर लो. ठीक है. अच्छा, the examiners try to trick you, ਇਹ ਗੱਲ ਧਿਆਨ ਨਾਲ ਸਮਝੋ. ਹੁਣ ਡੱਬੇ ਵਾਲੀ ਸਮਰੀ ਵਿੱਚ ਕੀ ਹੁੰਦਾ, ਬੇਸਿਕਲੀ they try to trick you. ਕੋਈ ਵੀ ਆਨਸਰ ਪਿੱਛੇ ਨਹੀਂ ਰਲੇਗਾ ਰੀਡਿੰਗ ਪੈਸੇਜ ਦੇ ਵਿੱਚ, ਪਰ ਉਹ ਇੱਕ ਅੱਧਾ ਵਰਡ ਨਾ ਲਿਸਟ ਵਿੱਚੋਂ ਪਿੱਛੇ ਪਾ ਦਿੰਦੇ ਆ, ਐਂਡ ਤੁਹਾਨੂੰ ਲੱਗਦਾ ਕਿ ਜੇ ਇਹ ਲੱਭ ਗਏ ਤੇ ਬਾਕੀ ਵੀ ਲੱਭਣਗੇ. ਸੋ ਦੈਟ ਇਜ਼ ਅ ਬੇਸਿਕ ਟ੍ਰਿਕ ਗਾਇਸ. ਉੱਥੇ ਆ ਕੇ ਉਸ ਵਿੱਚ ਫਸਣਾ ਨਹੀਂ ਹੈ. ਇੱਕ ਆਨਸਰ ਲੱਭ ਗਿਆ ਕੋਈ ਚੱਕਰ ਨਹੀਂ, ਪਰ ਬਾਕੀ ਆਨਸਰ ਨਹੀਂ ਲੱਭਣਗੇ. ਠੀਕ ਹੈ. ਸੋ ਦੇ ਵਿਲ ਪੁੱਟ ਅ ਵਰਡ ਫਰੋਮ ਦ ਟੈਕਸਟ ਇਨ ਦ ਵਨ ਆਫ ਦ ਆਪਸ਼ਨਸ. ਸਮ ਸਟੂਡੈਂਟਸ ਰੈਕਗਨਾਈਜ਼ ਦਿਸ ਐਂਡ ਥਿੰਕ ਕਿ ਇਹੀ ਆਨਸਰ ਹੈ, ਜਦਕਿ ਉਹ ਆਨਸਰ ਕਦੀ ਨਹੀਂ ਹੁੰਦਾ, ਐਂਡ ਉਹ ਇੱਕ ਮੈਚਿੰਗ ਆਨਸਰ ਯੂ نو ਹੁੰਦਾ ਆ. ਠੀਕ ਹੈ, ਸਮਝ ਲੱਗੀ. ਸੋ ਇਸ ਚੀਜ਼ ਨੂੰ ਥੋੜਾ ਜਿਹਾ ਬੱਚਾ ਧਿਆਨ ਨਾਲ ਸਮਝੋ. ਅੱਛਾ, ਹੁਣ ਇਹਦੀ ਸਟ੍ਰੈਟਜੀ ਕੀ ਹੈ, ਵੈਰੀ ਇੰਪੋਰਟੈਂਟ, ਦਿਸ ਇਜ਼ ਵੈਰੀ ਇੰਪੋਰਟੈਂਟ. ਅੱਛਾ, ਸਮਰੀ ਨੂੰ ਸੋਲਵ ਕਰਨ ਦੀ ਸਟ੍ਰੈਟਜੀ ਇਹ ਹੈ, ਸਭ ਤੋਂ ਪਹਿਲੀ ਗੱਲ, ਕਿ ਆਨਸਰ ਜਿਹੜੇ ਆ ਉਹ ਇੱਕ ਕ੍ਰੋਨੋਲੋਜੀਕਲ ਆਰਡਰ ਵਿੱਚ ਆਉਂਦੇ ਆ. ਬਹੁਤ ਰੇਅਰ ਹੈ, मतलब 100 ਚੋਂ ਇੱਕ ਵਾਰੀ ਕਦੇ ਹੋਊਗਾ ਕਿ ਆਨਸਰ ਕ੍ਰੋਨੋਲੋਜੀਕਲੀ ਨਹੀਂ ਆਉਣ, ਪਰ 99.9% ਆਨਸਰ ਕ੍ਰੋਨੋਲੋਜੀਕਲੀ ਆਉਗੇ. ਫॉर मतलब ਪਹਿਲਾਂ ਇੱਕ ਆਨਸਰ ਲੱਭੂਗਾ, 4 ਲਾਈਨਾਂ ਛੱਡ ਕੇ ਦੂਜਾ ਆਨਸਰ, ਫਿਰ ਤੀਜਾ ਆਨਸਰ, ਫਿਰ ਚੌਥਾ ਆਨਸਰ. ਇਹ ਨਹੀਂ ਕਿ ਤੀਜਾ ਆਨਸਰ ਪਹਿਲੇ ਤੋਂ ਵੀ ਉੱਤੇ ਹੈ. ਠੀਕ ਹੈ. ਸੋ ਇਟ ਵਿਲ ਨਾਟ ਹੈਪਨ ਲਾਈਕ दैट. द आंसर्स आर यूजुअली इन द सेम ऑर्डर इन द टेक्स्ट. ठीक है, ऑफ द मिसिंग वर्ड्स. सो दे आर इन द सेम ऑर्डर. ठीक है. बहुत रेयर ਹੁੰਦਾ ਕਿ ਉਹ ਨਹੀਂ ਹੁੰਦੇ. ਠੀਕ ਹੈ, ਬਟ ਉਹ ਈਜ਼ੀਲੀ ਸਪੌਟ ਹੋ ਜਾਂਦੇ ਆ. ਠੀਕ ਹੈ. ਸੋ ਇੱਕ ਤਾਂ ਇਸ ਚੀਜ਼ ਨੂੰ ਬੱਚਾ ਧਿਆਨ ਚ ਰੱਖਿਓ, ਦਿਸ ਇਜ਼ ਵੈਰੀ ਇੰਪੋਰਟੈਂਟ, ਕਿ ਉਹ ਇੱਕ ਕ੍ਰੋਨੋਲੋਜੀਕਲ ਆਰਡਰ ਵਿੱਚ ਹੁੰਦੇ ਆ. ਅੱਛਾ, ਸੈਕੰਡ, ਪ੍ਰੈਡਿਕਸ਼ਨ. ਪ੍ਰੈਡਿਕਸ਼ਨ ਨੂੰ ਅਸੀਂ ਡਿਸਕਸ ਵੀ ਕੀਤਾ ਹੋਇਆ ਪਿਛਲੀ ਵੀਡੀਓਜ਼ ਦੇ ਵਿੱਚ, ਸੋ ਇੱਥੇ ਵੀ ਕਰ ਲੈਂਦੇ ਆ. ਜਦੋਂ ਵੀ ਕਦੀ ਸਮਰੀ ਰੀਡ ਕਰਦੇ ਹੋ, ਟਰਾਈ ਟੂ ਪ੍ਰੈਡਿਕਟ ਕਿ ਕਿਸ टाइप दा वर्ड आएगा उस ब्लैंक दे विच. हुण किस टाइप दा मतलब है कि वो वर्ड नाउन है, कि वो वर्ड प्रोनाउन है, कि वो वर्ड एडजेक्टिव है, कि वो वर्ड वर्ब है, या इवन प्रपोजिशन है, या कंजक्शन है. सो की उत्थे वर्ड आएगा, व्हाट विल बी द टाइप ऑफ वर्ड, पहले तो ये प्रिडिक्ट करो. ठीक है. फिर कीवर्ड ਲੱਭ ਕੇ ਉਹਦੇ ਲਾਗੇ ਦਾ ਕਿ ਜਿੰਨੇ ਵੀ ਉਹ ਟਾਈਪ ਦੇ ਵਰਡਸ ਨੇ ਉਹਨਾਂ ਨੂੰ ਇੱਕ ਸਾਈਡ ਤੇ ਕੱਢ ਲਓ, ਐਂਡ ਉਹਦੇ ਵਿੱਚ ਤੁਹਾਨੂੰ ਆਨਸਰ ਮਿਲ ਜਾਏਗਾ. ਦਿਸ ਇਜ਼ ਹਾਊ ਯੂ ਕੈਨ ਪ੍ਰਿਡਿਕਟ. प्लीज ये टिपिकल स्टाइल ऑफ प्रोडिक्टिंग नहीं है कि तुसी तुक्के ला दो, बट प्रॉपर अंडरस्टैंडिंग दे नाल प्रोडिक्शन करनी, दैट इज द मेन टास्क. अच्छा, बाय डूइंग दिस, ठीक है, इट विल बिकम वेरी इजी टू स्पॉट द करेक्ट आंसर बिकॉज तुहानू बहुत क्लूज मिल जाणगे. ठीक है. सो एक तो ये ध्यान रखियो. अच्छा, लास्ट, प्लीज ग्रामर चेक करो, जस्ट बिकॉज अगर ਤੁਹਾਡਾ आंसर दैट इज नॉट मेकिंग द सेंस, यू नो, ग्रामेटिकल सही सेंस नहीं बन रही, तो आंसर ਤੁਹਾਡਾ गलत हो जाएगा. ਹੁਣ ਇਸ ਲਈ ਤੁਹਾਡੇ ਗ੍ਰਾਮਰ ਦੇ ਵਿੱਚ, यू नो, you need to excel in your tenses and even types of words which we call parts of speech. so ਇਸ ਚੀਜ਼ ਦਾ ਧਿਆਨ ਰੱਖਣਾ. so strategy which what we have done, that is ਕਿ ਸਭ ਤੋਂ ਪਹਿਲਾਂ ਆਨਸਰਸ ਇੱਕ ਆਰਡਰ ਵਿੱਚ ਆਉਂਦੇ ਆ,
टाइप्स ऑफ वर्ड्स काट लो तो प्रेडिक्शन ला लो। थर्ड इज कि ग्रामेटिकली इफ दैट थिंग इज नॉट मेकिंग सेंस, ये मतलब आंसर थोड़ा गलत है, ठीक है। सो विद दिस नोट आई गेस नहीं, हाँ, वन मोर थिंग टू डिस्कस, आई वाज जस्ट सपोज टू कंप्लीट इट बट मैंने भुल गया थोड़ा। हुण यूज ऑफ कीवर्ड्स जिहड़ी गल आपां पूरी वीडियो विच कीती है, नाउ दैट इज वेरी इंपॉर्टेंट, यह इंपॉर्टेंट है बच्चा, दिस इज वेरी इंपॉर्टेंट, दिस इज एवरीथिंग। अच्छा, इच करना की है, जस्ट ध्यान नाल समझो। समरी जिहड़ी हुंदी है, यू नो, जिहड़ी समरी है, they will be normally, you know, relating to one section of the text. ये नहीं कि पहले पैराग्राफ से पहला आंसर, दूजे दूजा आंसर, तीजे तीजा आंसर, नो, इट विल बी रिलेटेड टू अ पर्टिकुलर सेक्शन ऑफ द पैसेज, ठीक है। सो हो सकता 2-3 पैराग्राफ से खिलरी हो, ये तो ज्यादा नहीं होएगा, ठीक है। सो ਤੁਹਾਡਾ मेन जॉब की है टू आइडेंटिफाई दिस, कि सैक्शन पहला आइडेंटिफाई करना। सो सैक्शंस ਨੂੰ ਕਿਦਾਂ ਆइडेंटिफाई करना, ਉਹਦੇ ਲਈ कीवर्ड्स ਨੂੰ समझना इंपॉर्टेंट है। कीवर्ड्स ਕਿਹੜੇ, ਜਿੱਦਾਂ ਆਪਾਂ ਪਿੱਛੇ ਡਿਸਕਸ ਕੀਤਾ, lawyers and consumers and even courts, they will help you to identify the section of the reading passage ਜਿਹਦੇ ਵਿੱਚ ਸਮਰੀ ਦੇ ਆਨਸਰਸ ਹੈਗੇ ਆ। ਸੋ ਉਸ ਚੀਜ਼ ਨੂੰ ਤੁਸੀਂ ਉੱਥੇ ਜਾ ਕੇ ਫਿਰ ਦੁਬਾਰਾ ਅੰਡਰਸਟੈਂਡਿੰਗ ਨਾਲ ਸੋਲਵ ਕਰ ਸਕਦੇ ਹੋ। ਸੋ ਆ ਹੋ ਗਿਆ, ਦੇਖੋ ਧਿਆਨ ਦੇ ਨਾਲ, ਪਿਕ ਆਊਟ ਫਿਊ ਕੀਵਰਡਸ ਫਰਮ ਦ ਸਮਰੀ ਟੂ ਸਕੈਨ। ਜਿਹੜੀ ਗੱਲ ਮੈਂ ਤੁਹਾਨੂੰ ਕਹੀ ਆ, ਉਹ ਕੀ ਹੋ ਸਕਦਾ, ਉਹ ਕਿਸੇ ਦਾ ਨਾਮ ਹੋ ਸਕਦਾ, ਨੰਬਰ ਹੋ ਸਕਦਾ, प्लेसिस हो सकदियां ने, डेट्स हो सकदियां ने, जो कि यू नो दे कैनॉट पैराफ्रेज। कभी भी किसी बंदे का नाम वो पैराफ्रेज नहीं कर सकते, ना तो कोई नंबर पैराफ्रेज कर सकते, ना प्लेस का नाम, ना डेट का नाम। हुण फगवाड़ा नूं फगवाड़ा ही कवांगे, इंडिया नूं इंडिया ही कवांगे, यू कैनॉट पैराफ्रेज देम, ठीक है। अच्छा, रिमेंबर वो सिनोनिम्स यूज कर सकते ने फॉर अदर थिंग्स, बट आ 4 चीज़ों लई दे कैनॉट यूज सिनोनिम्स, ठीक है। सो दैट इज व्हाट मेक्स देम बेसिकली कीवर्ड। वो सारे लभ लो, तुहानूं सैक्शन का पता लग जाएगा कित्थे सॉल्व हुई हुई है, एंड उत्थे जाके बाकी आंसर्स लभ लेने, ठीक है। सो इस हिसाब दे नाल यू आर सपोज टू सॉल्व द समरी। आई होप तुहानूं ये वीडियो हेल्प आउट करेगी, यू नो। इहदे विच आई हैव जस्ट ट्राइड टू डिस्कस कि किवें एक समरी नूं सॉल्व करना चाहिदा है, एंड समरी हुंदी की है, किन्ने टाइप्स की समरी हुंदी है, ਉਹਨੂੰ ਕਿੱਦਾਂ ਸੋਲਵ ਕਰਨਾ ਆ, ਕੀਵਰਡਸ ਕਿਵੇਂ ਇੰਪੋਰਟੈਂਟ ਹੁੰਦੇ ਨੇ, ਉਹਦੀਆਂ ਪ੍ਰੋਬਲਮਸ ਕੀ ਆ, ਠੀਕ ਹੈ। ਸੋ ਆਈ ਹੋਪ ਤੁਹਾਨੂੰ ਸਮਝ ਲੱਗਿਆ ਹੋਵੇਗਾ, ਐਂਡ ਥੈਂਕ ਯੂ ਸੋ ਮਚ। ਕਿਸੇ ਵੀ ਬੱਚੇ ਨੂੰ ਕੋਈ ਵੀ ਇਸ਼ੂ ਆ ਰਿਹਾ, ਕੋਈ ਸਮਝ ਨਹੀਂ ਆ ਰਿਹਾ, ਈਵਨ ਇਨ ਦਿਸ ਵੀਡੀਓ ਜਾਂ ਇਸ ਵੀਡੀਓ ਤੋਂ ਬਾਹਰ ਵੀ ਕੋਈ ਟੌਪਿਕ ਹੈਗਾ ਆ ਵਿਚ ਯੂ ਵਾਂਟ ਮੀ ਟੂ ਡਿਸਕਸ, ਤੇ ਤੁਸੀਂ ਥੱਲੇ ਕਮੈਂਟ ਬਾਕਸ ਵਿੱਚ ਤੁਸੀਂ ਉਹਨੂੰ ਲਿਖ ਸਕਦੇ ਹੋ। ਥੈਂਕ ਯੂ ਸੋ ਮਚ, ਗॉड ब्लेस यू। प्लीज़ सब्सक्राइब दिस चैनल, एंड इसको जिन्ना स्प्रेड कर सकते हो प्लीज़ करो, जस्ट बिकॉज द मेन मोटिव ऑफ दिस चैनल इज़ टू क्रिएट अवेयरनेस। जिन्ना तुसी इनू स्प्रेड करोगे उन्नी ही अवेयरनेस इस चैनल ते आएगी, एंड ईवन बच्चों को ज़्यादा पता लगना शुरू होएगा। सो थैंक यू सो मच, गॉड ब्लेस यू।